Welcome to part 5. I'm Gary. My name is Abhishek. So today we are going to train bicep and tricep. So अभी ਆਪਾਂ bicep triceps की करने लगे हैं. So ਆਪਾਂ main movements basic movement ਰੱਖਾਂਗੇ. Bicep ਦੇ 3 exercises and tricep ਦੇ 3 exercises. Rep range ਇਹ ਛੋਟਾ ਮਸਲ ਹੈਗਾ ਤੇ ਇਹਦੀ rep range ਆਪਾਂ 15 to 20 ਰੱਖਾਂਗੇ. Okay. Weight ਆਪਾਂ adequate ਰੱਖਾਂਗੇ, ਜ਼ਿਆਦਾ heavy ਨਹੀਂ ਜਾਵਾਂਗੇ. ਐਂਡ ਮੇਨ ਆਪਾਂ ਟੀਚ ਕਰਾਂਗੇ ਇਹਦੇ ਵਿੱਚ ਕਿ ਬਿਗਨਰਸ ਨੂੰ ਕਿਹੜੀ ਫਾਰਮ ਕਰਨੀ ਚਾਹੀਦੀ ਹੈ ਤਾਂ ਕਿ ਉਹਨਾਂ ਦੀ ਲੋਅਰ ਬੈਕ ਤੇ ਸਟ੍ਰੇਨ ਨਾ ਆਵੇ ਕਿਉਂਕਿ ਯੂਜੂਅਲੀ ਜਦੋਂ ਵੀ ਆਪਾਂ ਬਾਈਸੈਪ ਟ੍ਰੇਨ ਕਰਦੇ ਸਾਡਾ जो ग्रेविटी है यानी जो अपन चक रहे हैं वेट अगे चला गया बॉडी जो अगे रेंज ऑफ ग्रेविटी पॉइंट अगे चला गया तो बॉडी स्विंग करती है yes ਆਪਾਂ ਅੱਜ ਰਾਈਟ ਫਾਰਮ ਦੱਸਾਂਗੇ ਜਿਹਦੇ ਵਿੱਚ ਸਾਡੀ ਬॉडी ਸਵਿੰਗ ਨਾ ਕਰੇ ਔਰ ਰਾਈਟ ਪ੍ਰੋਪਰ ਆਪਣਾ ਬਾਈਸੈਪ ਤੇ ਟ੍ਰਾਈਸੈਪ ਤੇ ਪ੍ਰੈਸ਼ਰ ਆਏ so basically ਅਸੀਂ ਦੱਸਾਂਗੇ ਕੋਰ ਨੂੰ ਇਨਵੋਲਵ ਕਿੱਦਾਂ ਕਰਨਾ ਤੇ ਬॉडी ਨੂੰ ਕਿੱਦਾਂ ਸਟੇਬਲ ਰੱਖਣਾ ਬਾਈਸੈਪ ਤੁਹਾਡਾ 3 ਐਕਸਰਸਾਈਜ਼ਸ ਦੇ ਨਾਲ ਫੁੱਲ ਪੰਪ ਕਿੱਦਾਂ ਹੋ ਸਕਦਾ ਐਂਡ ਤੁਹਾਡਾ ਮਸਲ ਗਰੋ ਕਿੱਦਾਂ ਹੋ ਸਕਦਾ ਫॉर द ਬਿਗਨਰਸ ਸੋ ਪਹਿਲੀ ਐਕਸਰਸਾਈਜ਼ ਆਪਣੀ ਰਹੇਗੀ ਡੰਬਲ ਕਰਲ सो मैं प्रेफर करूँगा आप डंबल कर बैठ के करिए खड़े होकर ना करिए क्योंकि जब आप बैठ के करते हैं तो ये थोड़ी चैलेंजिंग हो जाती है एंड ईजी टू परफॉर्म हो जाती है थोड़ा सारा स्ट्रेस थोड़े बाइसेप पे आता है बैठ के करांगे बिल्कुल डंबल कर्ल सो ਇਹਦੇ ਚ ਬਿਗਨਰਸ ਕੀ ਗਲਤੀ ਕਰਦੇ ਆ ਬਿਗਨਰਸ ਐਡਵਾਂਸ ਕਲਾਇੰਟ ਨੂੰ ਦੇਖ ਕੇ ਉਹਨਾਂ ਅਕੋਰਡਿੰਗ ਐਕਸਰਸਾਈਜ਼ ਲਾਉਂਦੇ ਆ ਖੜੇ ਹੋ ਕੇ ਲਾਉਂਦੇ ਆ ਸਵਿੰਗ ਕਰਦੇ ਆ ਸੋ ਸਵਿੰਗ ਬੇਸਿਕਲੀ ਐਡਵਾਂਸ ਕਿਉਂ ਕਰਦਾ ਵਾ ਜਦੋਂ ਉਹਨਾਂ ਦਾ weight 80% 1 RM ਦਾ ਰੱਖਿਆ ਹੁੰਦਾ ਸੋ ਉਦੋਂ ਬੋਡੀ ਥੋੜੀ ਸਵਿੰਗ ਕਰਦੀ ਹੈ ਦੈਟਸ ਫਾਈਨ ਬਟ ਫॉर द ਬਿਗਨਰਸ ਤੁਸੀਂ ਬਹਿ ਕੇ ਵਰਕਆਊਟ ਕਰਨਾ ਸਪੋਰਟ ਲੈ ਕੇ ਕਰੋ ਬੈਕ ਸਪੋਰਟ ਲੈ ਕੇ ਪੂਰੀ ਲੈ ਕੇ ਕਰੋ करेक्ट सो आर्म शुड बी लाइक फ्री लाइक दिस नाउ अभी परफॉर्म शोल्डर पीछे रोटेट करांगे यस चेस्ट अप परफेक्ट सो ਇਹਦੇ ਚ ਜਦੋਂ ਅਭੀ ਉੱਤੇ ਜਾ ਰਿਹਾ ਵਾ ਤਾਂ ਬ੍ਰੀਥ ਆਊਟ ਕਰ ਰਿਹਾ ਜੋ ਥੱਲੇ ਜਾ ਰਿਹਾ ਬ੍ਰੀਥ ਇਨ ਸੋ ਇਹਦੀ ਇੱਕ ਮੂਵਮੈਂਟ ਹੋਰ ਹੁੰਦੀ ਆ ਤੁਸੀਂ ਐਲਬੋ ਨੂੰ ਜੇ 10 ਡਿਗਰੀ ਅੱਗੇ ਲਿਆਓਗੇ ਹੈ ਸੋ ਇਹ ਮੋਰ ਆਫ ਐਡਵਾਂਸ ਹੋ ਜਾਂਦੀ ਆ ਸੋ ਬਿਗਨਰ ਹਮੇਸ਼ਾ ਆਪਣੀ ਆਰਮ ਨੂੰ ਇੱਥੇ ਰੱਖ ਕੇ ਐਕਸਰਸਾਈਜ਼ ਪਰਫਾਰਮ ਕਰੂਗਾ ਬਿਕਾਜ਼ ਉਹਦੇ ਕੋਲੇ ਇੰਨੀ ਸਟਰੈਂਥ ਨਹੀਂ ਹੁੰਦੀ ਕਿ ਉਹ ਆਪਦੇ ਮਸਲ ਨਾਲ ਡੰਬਲਸ ਨੂੰ ਅੱਗੇ ਹੋਲਡ ਕਰ ਸਕੇ ਰਾਈਟ तो यूजुअली बिगनर्स ਲਈ ਬਹੁਤ recommended ਹੈ ਕਿ ਆਪਣਾ seated core tight and perform 1 perform 2 ਇੱਕ ਅਭੀ ਮੇਰਾ ਕੁਐਸਚਨ ਆ ਇੱਥੇ ਕਾਫੀ ਬਿਗਨਰਸ ਕੀ ਕਰਦੇ ਆ ਲਾਈਕ ਇਦਾਂ ਕਰਦੇ ਆ ਦੈਨ ਆਏ ਡੰਬਲਸ ਘਮਾਉਂਦੇ ਆ ਦੈਨ ਇਦਾਂ ਕਰਦੇ ਦੈਨ ਆਏ ਡੰਬਲਸ ਘਮਾਉਂਦੇ ਵਾਟ ਇਜ਼ ਦ ਪਰਪਸ ਆਫ ਇਟ ਇਹਦਾ ਕੋਈ ਪਰਪਸ ਨਹੀਂ ਹੈ ਇਟ ਇਜ਼ ਜਸਟ there is no purpose if you are doing like this if you are doing like this and this what is the purpose अगर आप सिर्फ बाइसेप ट्रेन कर रहे हो देन अकेला बाइसेप करो ट्रेन लाइक दिस एंड दिस इज मोर ऑफ लाइक यू आर इन्वॉल्विंग योर ट्राइसेप सो ग्रिप बिगिनर हमेशा सुपिनेटेड रखेगा supinated like means this straight ਸਿੱਧੀ एंड डंबल ਨੂੰ ਹਮੇਸ਼ਾ ਤੁਸੀਂ ਟਾਈਟ ਫੜੋ ਤਾਂ ਜੋ ਤੁਹਾਡੀ ਜੁਆਇੰਟਸ ਤੇ ਬਿਲਕੁਲ ਵੀ weight ਨਾ ਆਵੇ ਜਦੋਂ ਵੀ ਡੰਬਲ ਨੂੰ ਆਪਾਂ ਐ ਸਟਰੋਂਗ ਫੜਦੇ ਆ ਤਾਂ ਆਪਣੇ ਫੋਰਆਰਮਸ ਐਕਟੀਵੇਟ ਹੋ ਜਾਂਦੀਆਂ ਬਾਈਸੈਪ ਮਸਲ ਐਕਟੀਵੇਟ ਹੋ ਜਾਂਦਾ ਮੂਵਮੈਂਟ ਫੁੱਲ ਹੋਣੀ ਚਾਹੀਦੀ ਆ ਬਾਈਸੈਪ ਦੀ ਐਂਡ ਬਰੀਥ ਇਨ ਐਂਡ ਬਰੀਥ ਆਊਟ ਤੇ ਥੋੜਾ ਫੋਕਸ ਹੋਣਾ ਚਾਹੀਦਾ ਤੇ ਕੋਰ ਫੁੱਲ ਇਨਵੋਲਵ ਕਰਨੀ ਚਾਹੀਦੀ ਤੁਹਾਨੂੰ ਸੋ ਦਿਸ ਇਜ਼ ਦ ਰਾਈਟ ਮੂਵਮੈਂਟ ਫॉर ਬਾਈਸੈਪ ਸੋ ਇਹਦੇ ਵਿੱਚ ਇੱਕ ਚੀਜ਼ ਮੈਂ ਐਡ ਕਰਨਾ ਚਾਹੁੰਦਾ ਯੈਸ ਜਦੋਂ ਵੀ ਬਾਈਸੈਪ ਆਪਾਂ ਟ੍ਰੇਨ ਕਰ ਰਹੇ ਹਾਂ ਸੋ देयर आर 2 repetitions which we are performing there is no one repetition like ਆਪਾਂ usually count ਕਰਦੇ that is 1 that is 2 yes there are 2 repetitions there are 2 repetitions and 1 repetition that is this is 1 and this is 2 yes usually ਤੁਸੀਂ gravity ਦਾ ਜਿੰਨਾ use ਕਰੋਗੇ ਡੰਬਲ ਨੂੰ slow ਛੱਡਣ ਦੇ ਵਿੱਚ that will automatically create more pressure on your bicep yes ਇਹਦੇ ਜੋ ਤੁਹਾਡਾ ਟੈਂਪੋ ਹੁੰਦਾ ਉਹ ਰਿਵਰਸ ਹੁੰਦਾ ਲਾਈਕ ਜਦੋਂ ਤੁਸੀਂ ਅਗੇਂਸਟ ਦ ਗ੍ਰੈਵਿਟੀ ਉੱਪਰ ਜਾਣਾ ਵਾ ਤੁਸੀਂ ਤੇਜ਼ ਜਾਣਾ ਐਂਡ ਗ੍ਰੈਵਿਟੀ ਕਨੀ ਨੂੰ ਯੂ ਹੈਵ ਟੂ ਹੋਲਡ ਦ ਡੰਬਲ ਸਲੋ ਲਾਈਕ ਅਪ 2 seconds down 3 to 4 seconds this should be the tempo of bicep curl so ਆਪਾਂ ਇਹਦੇ normally 15 to 18 repetitions ਕਰ ਸਕਦੇ ਹਾਂ ਜੇ weight ਜ਼ਿਆਦਾ ਲਾਈਟ ਹੈ 12 to 15 ਵੀ ਕਰ ਸਕਦੇ ਹਾਂ depending upon the weight sets ਰਹਿਣਗੇ ਆਪਣੇ 3 so bicep curl ਸਾਡੀ ਹੋ ਚੁੱਕੀ ਆ seated dumbbell curl ਅਸੀਂ ਕੀਤੀ ਆ ਫਰਸਟ ਐਕਸਰਸਾਈਜ਼ ਸੋ ਉਹ ਸਾਡੀ ਫਿਨਿਸ਼ ਹੋ ਚੁੱਕੀ ਹੁਣ ਸੈਕੰਡ ਐਕਸਰਸਾਈਜ਼ ਅਸੀਂ ਕਰਨ ਲੱਗੇ ਆ preacher curl ਸੋ ਅੱਜ ਤੁਹਾਨੂੰ ਪਰਫਾਰਮ ਕਰਕੇ ਦਿਖਾਉਣੇ ਆ preacher curl ਐਕਚੁਅਲ ਚ ਕਿੱਦਾਂ ਕਰੀਦੀ ਆ ਸੋ ਪਹਿਲਾਂ ਆਪਾਂ ਐਡਜਸਟ ਕਰਾਂਗੇ ਸੀਟ ਐਡਜਸਟ ਉਦਾਂ ਹੁੰਦੀ ਹੈ ਲਾਈਕ ਤੁਸੀਂ ਜਦੋਂ ਸਟ੍ਰੇਟ ਬੈਠਦੇ ਹੋ ਬਿਲਕੁਲ ਸਟ੍ਰੇਟ ਬੈਠ ਕੇ ਤੁਹਾਡੀ ਆਰਮ
ਪ੍ਰੋਪਰ ਇਹਦੇ ਨਾਲ ਲੱਗਣੀ ਚਾਹੀਦੀ ਆ, ਲਾਈਕ ਇੱਥੋਂ ਵੀ ਐਂਡ ਇੱਥੋਂ ਵੀ। ਅਗਰ ਤੁਹਾਡੀ ਜ਼ਿਆਦਾ ਉੱਪਰ ਹੋਊਗੀ ਸੀਟ ਤਾਂ ਇੱਦਾਂ ਰਹੇਗਾ, ਜੇ ਬਿਲਕੁਲ ਥੱਲੇ ਹੋਏਗੀ ਤਾਂ ਇੱਦਾਂ ਰਹੇਗੀ ਆਮ। ਇਟ ਸ਼ੁੱਡ ਬੀ ਲਾਈਕ ਦਿਸ। ਸੋ ਫਰਸਟ ਪੋਜੀਸ਼ਨ ਕੀ ਰੱਖਣੀ ਹੈ ਬਾਈਸੈਪਸ ਦੀ, ਨਾ ਆਪਾਂ ਜ਼ਿਆਦਾ ਵਾਈਡ ਰੱਖਣੀ ਹੈ ਨਾ ਜ਼ਿਆਦਾ ਕਲੋਜ਼ ਰੱਖਣੀ ਹੈ। ਦਿਸ ਇਜ਼ ਦਾ ਆਲ ਦ ਵੇਰੀਏਸ਼ਨਸ। ਸੋ ਆਪਾਂ ਜੋ ਤੁਹਾਡੀ ਸ਼ੋਲਡਰ ਵਿਡਥ ਆ, ਸ਼ੋਲਡਰ ਵਿਡਥ ਅਕੋਰਡਿੰਗ ਆਪਾਂ ਬਾਈਸੈਪਸ ਰੱਖਾਂਗੇ ਲਾਈਕ ਦਿਸ ਵੇ, ਠੀਕ ਹੈ। ਦਿਸ ਇਜ਼ ਮਾਈ ਵਿਡਥ ਆਫ ਸ਼ੋਲਡਰਸ। ਅਭੀ ਕੈਨ ਯੂ ਹੈਲਪ ਮੀ? ਸੋ ਇਹਦੇ ਵਿੱਚ ਇਹ ਪੋਜੀਸ਼ਨ ਹੋਣੀ ਚਾਹੀਦੀ ਹੈ ਤੁਹਾਡੇ ਸ਼ੋਲਡਰ ਵਿਡਥ ਦੇ ਅਕੋਰਡਿੰਗ ਤੁਹਾਡੀ ਬਾਈਸੈਪਸ ਦੀ। ਐਂਡ ਜਦੋਂ ਆਪਾਂ ਉੱਪਰ ਆਉਣਾ ਵਾ then breathe out, then ਜਦੋਂ against the gravity ਆਣਾ breathe in। so back ਤੁਹਾਡੀ ਬਿਲਕੁਲ straight ਰਹੇਗੀ and ਇੱਥੋਂ ਤੁਸੀਂ grip ਆਪਦੀ strong ਰੱਖਣੀ ਹੈ। so ਜੋ ਮੈਂ ਚੀਜ਼ notice ਕਰ ਪਾ ਰਹੇ ਹਾਂ that you are performing with full muscle and mind connection। yes, ਕਿ ਤੁਸੀਂ ਇੱਕਦਮ ਇਹਨੂੰ ਕੰਟਰੈਕਟ ਕੀਤਾ, ਫੀਲ ਕੀਤਾ ਕਿ ਆਪਣਾ ਮਸਲ ਤੇ ਸਟ੍ਰੈਸ ਆਇਆ ਐਂਡ then slowly ਪੂਰਾ ਐਕਸਟੈਂਡ ਕੀਤਾ ਐਂਡ then ਕੰਟਰੈਕਟ ਕੀਤਾ। ਸੋ ਇੱਥੇ ਇੱਕ ਕੈਚ ਆ ਕਿ ਤੁਸੀਂ ਬਾਈਸੈਪ ਨੂੰ ਕਦੇ ਵੀ ਐਂ ਢਿੱਲਾ ਨਾ ਛੱਡੋ, ਕਦੇ ਵੀ ਏਦਾਂ ਨਾ ਛੱਡੋ ਕਿ ਫੁੱਲ ਰੇਂਜ ਆਫ ਮੋਸ਼ਨ ਲਈ ਸਾਨੂੰ ਆਰਮਸ ਪੂਰੀਆਂ ਸਟ੍ਰੇਟ ਕਰਨੀਆਂ। ਬਾਈਸੈਪ ਸ਼ੁੱਡ ਬੀ ਐਕਟਿਵ। ਆ ਤੁਹਾਡੀ ਫੁੱਲ ਰੇਂਜ ਆਫ ਮੋਸ਼ਨ ਆ ਡਿਊਰਿੰਗ ਪ੍ਰੀਚਰ ਕਰਲ, not this. This is the full range of motion. Up, squeeze your bicep, hold it, and then slowly down. And ਤੁਸੀਂ ਜਿੱਦਾਂ ਨੋਟਿਸ ਸ਼ਾਇਦ ਕਰ ਪਾ ਰਹੇ ਹੋ ਕਿ ਨਹੀਂ, but muscle fibers are totally dancing. And if you just see over here, like look at that muscle fibers. ਜਿੰਨਾ ਤੁਸੀਂ ਇਹਨੂੰ slow perform ਕਰੋਗੇ, like look at here, ਜਿੰਨਾ ਇਹਨੂੰ slow ਲੈ ਕੇ ਆ ਰਹੇ ਹੋ, ਉਹਨਾਂ ਤੇ stress increase ਹੋ ਰਿਹਾ ਹੈ। And then contract. One more. Slow. ਜਿਹਨੂੰ ਤੇਜ਼ ਕਰਾਂਗੇ ਕੰਟਰੈਕਸ਼ਨ ਨਹੀਂ ਆਏਗਾ, ਜਿਹਨੂੰ ਤੇਜ਼ ਛੱਡ ਦਾਂਗੇ ਤਾਂ ਸਟ੍ਰੈਸ ਨਹੀਂ ਆਏਗਾ। ਗੁੱਡ, ਬਹੁਤ ਬੜੀਆ, ਪਰਫੈਕਟ। So this is how we have to perform the preacher curl. So ਅਭੀ ਹੁਣ ਆਪਾਂ ਨੂੰ ਟ੍ਰੇਨ ਕਰਕੇ ਦਿਖਾਏਗਾ। ਪਹਿਲਾਂ ਉਹ ਸੀਟ ਐਡਜਸਟ ਕਰੇਗਾ ਆਪਣੀ ਹਾਈਟ ਅਕੋਰਡਿੰਗ ਐਂਡ ਸੋ ਮੇਰਾ ਹੁਣ ਕੰਮ ਕੀ ਆ, ਮੈਂ ਥੋੜਾ ਸਟ੍ਰੈਚਿੰਗ ਕਰ ਲਾਂ। So this is how we have to stretch our biceps, straight arm and bicep nu outward nu karna। Hold it for 5 seconds and see। ਹੁਣ ਕਈ ਕਲਾਇੰਟਸ ਕਹਿੰਦੇ ਆ ਕਿ ਅਸੀਂ ਜੋ ਆ ਬਾਈਸੈਪ ਆ ਅਸੀਂ ਇਹਨੂੰ ਵੱਡਾ ਕਰਨਾ, ਲਾਈਕ ਥੱਲੇ ਤੱਕ ਲੈ ਕੇ ਜਾਣਾ। ਸੋ ਜੋ ਤੁਹਾਡਾ ਬਾਈਸੈਪ ਦਾ ਸਟਰਕਚਰ ਹੁੰਦਾ ਉਸ ਅਕੋਰਡਿੰਗ ਹੀ ਬਾਈਸੈਪ ਵੱਧਦਾ। ਸੋ ਫੋਰ ਐਗਜ਼ਾਮਪਲ ਮੇਰਾ ਬਾਈਸੈਪ ਇੱਥੇ ਖਤਮ ਹੋ ਰਿਹਾ, ਸੋ ਇਨੀ ਸਪੇਸ ਹੈ, ਬਟ ਇਹ ਨਹੀਂ ਮੈਂ ਕਰ ਸਕਦਾ ਕਿ ਮੈਂ ਇਹ ਬਾਈਸੈਪ ਨੂੰ ਇੱਥੇ ਤੱਕ ਲੈ ਆਉਂਗਾ। ਸੋ ਸੀ ਯੂ ਕੈਨ ਸੀ, ਸੋ ਦ ਬਾਈਸੈਪ ਸਟਰਕਚਰ ਆਫ ਅਭਿਸ਼ੇਕ ਇਜ਼ ਦਿਸ। ਉਹਦਾ ਮਸਲ ਇੱਥੋਂ ਸਟਾਰਟ ਹੁੰਦਾ ਫਰਮ ਦਿਸ, ਰਾਈਟ? ਯਾ, ਸੋ ਦਿਸ ਇਜ਼ ਜੈਨੇਟਿਕਸ। ਦਿਸ ਇਜ਼ ਜੈਨੇਟਿਕਸ, ਮੋਰ ਆਫ ਜੈਨੇਟਿਕਸ। ਤੁਸੀਂ ਕਦੇ ਆਪਣਾ ਬਾਈਸੈਪ ਖੁਦ ਚੂਜ਼ ਨਹੀਂ ਕਰਦੇ ਹੋ, ਤੁਹਾਡੇ ਜੀਨਸ ਚੂਜ਼ ਕਰਦੇ ਕਿ ਉਹ ਸ਼ਾਰਟ ਹੋਏਗਾ, ਲੌਂਗ ਹੋਏਗਾ, ਪੀਕ ਉਹਦੀ ਕਿੱਦਾਂ ਦੀ ਹੋਏਗੀ। ਹੁਣ ਫੋਰ ਐਗਜ਼ਾਮਪਲ ਮੇਰੀ ਪੀਕ ਪਹਿਲੇ ਦਿਨ ਤੋਂ ਹੀ ਲਾਈਕ ਅਪਵਰਡ ਆ, ਯਾ ਰਾਈਟ? ਸੋ ਮੇਰੀ ਪੀਕ ਹੋਰ ਤਰੀਕੇ ਦੀ ਆ, ਅਭਿਸ਼ੇਕ ਦੀ ਹੋਰ ਤਰੀਕੇ ਦੀ ਆ, ਹਰ ਕਿਸੇ ਦੀ ਡਿਫਰੈਂਟ ਹੁੰਦੀ ਆ। ਸੋ ਕਿੰਨੇ ਕਲਾਇੰਟਸ ਕਰਦੇ ਕਿ ਸਾਨੂੰ ਸਰ ਐਕਸਰਸਾਈਜ਼ ਦੱਸੋ ਕਿ ਅਸੀਂ ਇਹਨੂੰ ਵੱਡਾ ਕਰਨਾ, ਥੱਲੇ ਨੂੰ ਲੈ ਕੇ ਜਾਣਾ, ਲੌਂਗ ਕਰਨਾ, ਸ਼ਾਰਟ ਕਰਨਾ। Nobody can do. What they say is कि मतलब clients मेरे को भी आते कहते हैं सर हमें आपके जैसा बाइसेप चाहिए, मतलब they say कि peak आपकी जैसी चाहिए। Now ਉਹਨਾਂ ਦੇ ਕਈਆਂ ਦੇ ਬਾਈਸੈਪ ਕਾਫੀ ਸ਼ਾਰਟ ਹੁੰਦੇ ਆ, ਲਾਈਕ ਮੇਰਾ ਸ਼ਾਰਟ ਆ, ਤੁਹਾਡਾ ਸ਼ਾਰਟ ਹੈ, ਮੇਰਾ ਲੌਂਗ ਹੈ, ਤੁਹਾਡਾ ਲੌਂਗ ਹੈ। ਯਾ, ਸੋ ਜਦੋਂ ਆਪਾਂ ਨੂੰ ਸਟ੍ਰੈਚ ਕਰਾਂਗੇ ਤਾਂ ਮੇਰੇ ਇੱਥੇ ਘੱਟ ਜਗ੍ਹਾ ਹੈ, ਬਟ ਇਫ ਯੂ ਸਟ੍ਰੈਚ ਇਟ ਤੁਹਾਡੇ ਬਹੁਤ ਜ਼ਿਆਦਾ ਉੱਥੇ ਆ ਗਿਆ, ਪੂਰਾ ਉੱਪਰ ਚਲਾ ਗਿਆ। ਤਾਂ ਮੇਰੇ ਇੱਥੇ ਬਹੁਤ ਥੀਸ ਆਰ ਆਲ ਜੈਨੇਟਿਕਸ। ਤੁਸੀਂ ਕਿਹੜੇ ਜੈਨੇਟਿਕਸ ਨਾਲ ਬਲੈਸਡ ਹੋ, ਤੁਹਾਡੇ ਬਾਈਸੈਪ ਦੀ ਪੀਕ ਉਹੀ ਡਿਸਾਈਡ ਕਰੇਗੀ। ਕਰੈਕਟ। ਸੋ ਸਾਡੇ 3 ਸੈਟ ਪ੍ਰੀਚਰ ਕਰਲ ਦੇ ਕੰਪਲੀਟ ਹੋ ਚੁੱਕੇ ਆ। ਅਸੀਂ 3 ਸੈਟ ਸੇ ਮੈਂ ਲਾਏ ਨੇ 12 ਤੋਂ 15 ਰੈਪੀਟੀਸ਼ਨ ਤੇ ਅਭਿਸ਼ੇਕ ਨੇ ਲਾਇਆ 15 to 20 ਰੈਪੀਟੀਸ਼ਨਸ। 1 2 ਗੋ 3। ਕਮੈਂਟ ਚ ਦੱਸੋ ਕਿਹਦਾ ਬਾਈਸੈਪ ਵੱਡਾ। ਭਈਆ ਦਾ ਜ਼ਿਆਦਾ ਵੱਡਾ ਹੈ। ਸੋ ਹੁਣ ਅਸੀਂ ਥਰਡ ਐਕਸਰਸਾਈਜ਼ ਕਰਨ ਲੱਗੇ ਆ, ਹੈਮਰ ਕਰਲ। ਸੋ ਲੈਟਸ ਡੂ ਦਿਸ ਅਭੀ। ਐਂਡ ਉਸ ਤੋਂ ਬਾਅਦ ਸਾਡੀ ਟ੍ਰਾਈਸੈਪ ਵੀ ਆ। ਸੋ 3 ਐਕਸਰਸਾਈਜ਼ ਟ੍ਰਾਈਸੈਪ ਦੀ ਵੀ ਕਰਕੇ ਦਿਖਾਵਾਂਗੇ, ਮਤਲਬ ਬਿਗਨਰਸ ਓਨਲੀ। ਸੋ ਪਰਫਾਰਮ ਕਰਨ ਲੱਗੇ ਹੈਮਰ ਕਰਲ। ਸੋ ਇਹ ਚੀਜ਼ਾਂ ਜੋ ਬਿਗਨਰਸ ਕਰਦੇ ਨੇ ਲਾਈਕ ਦਿਸ ਕਿ ਸਾਡੀ ਮੂਵਮੈਂਟ ਇਸ ਤਰ੍ਹਾਂ ਰਹੇਗੀ ਤੇ ਸਾਡਾ ਬਾਈਸੈਪ ਬਹੁਤ ਵੱਡਾ ਰਹੇਗਾ, ਕੁਝ ਨਹੀਂ ਹੋ ਸਕਦਾ ਬਾਈ ਜੀ।
ਜਿਹੜਾ ਬਾਈਸੈਪ ਆ ਉਹਨੇ ਵੱਧਦੇ ਨੇ ਹੀ ਵਧਣਾ। ਸੋ ਕੋਈ ਇਦਾਂ ਦੀ ਮੈਜਿਕ ਟ੍ਰਿਕ ਨਹੀਂ ਹੈ ਕਿ ਤੁਹਾਡਾ ਬਾਈਸੈਪ ਇਦਾਂ ਵਧੂਗਾ, ਇਟ ਵਿਲ ਟੇਕ ਟਾਈਮ। ਸੋ ਯੂਜੂਅਲੀ ਕੀ ਕਰਦੇ ਲੋਕੀ, ਮਤਲਬ ਜੋ ਮੈਂ ਨੋਟਿਸ ਕਰਦਾ ਉਹਨਾਂ ਦੇ ਬਾਈਸੈਪ ਵੀਕ ਹੁੰਦੇ, ਫੋਰਆਰਮ ਵੀਕ ਹੁੰਦੀ, ਸੋ ਉਹਨਾਂ ਦਾ ਸ਼ੋਲਡਰ ਬਹੁਤ ਪਿੱਛੇ ਪੁੱਲ ਕਰਦਾ। ਜਿੱਦਾਂ ਯੈਸ ਮੇਰਾ ਸ਼ੋਲਡਰ ਦੇਖਿਓ, ਲਾਈਕ ਮੈਂ ਸ਼ੋਲਡਰ ਤੋਂ ਮੇਰਾ ਪਿੱਛੇ ਜਾ ਰਿਹਾ, ਜੇ ਮੇਰਾ ਸਟ੍ਰੇਨ ਸਾਰਾ ਆਪਣਾ ਟ੍ਰੈਪਸ ਤੇ ਐਂਡ ਲੋਅਰ ਡੈਲਟ ਕਿਉਂਕਿ ਸ਼ੋਲਡਰ ਇਨਵੋਲਵ ਹੋ ਰਿਹਾ, ਪਿੱਛੇ ਜਾ ਰਿਹਾ ਪੂਰਾ। ਯੈਸ। ਸੋ ਜੇ ਤੁਹਾਨੂੰ ਲੱਗਦਾ ਤੁਸੀਂ, ਜੇ ਤੁਹਾਡੇ ਰੇਂਜ ਆਫ ਮੋਸ਼ਨ ਤੁਸੀਂ ਤੁਹਾਡੇ ਅਕੋਰਡਿੰਗ ਤੁਹਾਡਾ ਸ਼ੋਲਡਰ ਤੁਹਾਨੂੰ ਪਿੱਛੇ ਜਾ ਰਿਹਾ ਤਾਂ ਲੈ ਕੇ, ਵਾਟ ਯੂ ਨੀਡ ਟੂ ਡੂ, ਡ੍ਰੌਪ ਦੀ weight ਘਟਾਓ, ਘਟਾ ਕੇ ਲਾਈਟ weight ਚੱਕੋ ਐਂਡ ਪਰਫਾਰਮ। ਲਾਈਟ weight ਚੱਕ ਕੇ ਸ਼ੋਲਡਰ ਪਿੱਛੇ ਲੈ ਕੇ ਜਾਓ ਐਂਡ ਪਰਫਾਰਮ ਆਲਟਰਨੇਟਿਵਲੀ ਸਿੰਗਲ 1 ਸਕਵੀਜ਼ ਕਰਕੇ ਵੀ ਹੋਗਾ। ਗੁੱਡ। ਸਿੰਗਲ। ਸੋ ਬੇਸਿਕਲੀ ਹੁਣ ਇਹਦੀ ਪੋਜੀਸ਼ਨ ਦੀ ਗੱਲ ਕਰਾਂਗੇ ਕਿੱਦਾਂ ਕਰਨਾ ਪਰਫਾਰਮ। ਸੋ ਆਈ ਬੈਕ ਦੀ ਕਰਵ ਲੈ ਕੇ ਅਪਰ ਬੈਕ ਨੂੰ ਉੱਤੇ ਰੱਖਣਾ, ਚੈਸਟ ਅਪ, ਇਨਵੋਲਵ ਯੂਰ ਕੋਰ, ਬ੍ਰੀਥ ਇਨ ਦੈਨ ਸਲੋਲੀ ਅਪ। ਸੋ ਇਹਦੇ ਚ ਕੀ ਆ, ਤੁਸੀਂ ਆਰਮ ਨੂੰ ਸਟ੍ਰੇਟ ਰੱਖਣਾ, ਕਈ ਇੱਥੇ ਵੀ ਰੱਖਦੇ ਨੇ, ਕਈ ਇੱਥੇ ਵੀ ਰੱਖਦੇ ਆ, ਬਟ ਯੂ ਹੈਵ ਟੂ ਇਨ ਅ ਨਿਊਟਰਲ ਪੋਜੀਸ਼ਨ, ਯੂ ਹੈਵ ਟੂ ਹੋਲਡ ਡੰਬਲ ਇਨ ਅ ਨਿਊਟਰਲ ਪੋਜੀਸ਼ਨ। ਜੋ ਤੁਹਾਡਾ ਬਾਈਸੈਪ ਆ ਨਾ ਉਹਨੂੰ ਤੁਸੀਂ ਸਵਿੰਗ ਨਾ ਹੋਣ ਦਿਓ। ਫਰਸਟ ਟ੍ਰਿਕ ਕੀ ਆ, ਤੁਸੀਂ ਡੰਬਲ ਨੂੰ ਹੋਲਡ ਕਰ ਲਓ ਟਾਈਟ ਹੋਲਡ ਕਰਕੇ, ਕੋਰ ਇਨਵੋਲਵ ਕਰਕੇ, ਚੈਸਟ ਅਪ, ਬ੍ਰੀਥ ਇਨ ਐਂਡ ਬ੍ਰੀਥ ਆਊਟ, ਐਂਡ ਦ ਸੇਮ ਵੇ ਟੈਂਪੋ it should be dumbbell up and hold, then slowly down, then again dumbbell up, hold, slowly down। so ਜਦੋਂ ਵੀ ਆਪਾਂ ਹੈਮਰ ਕਰਦੇ ਆ, ਹੈਮਰ ਦੇ ਵਿੱਚ ਵੇਰੀਏਸ਼ਨਸ ਕੀ ਆਉਂਦੀਆਂ ਨੇ, ਕਈ ਮੈਂਬਰਸ ਇਨਵਰਡ ਕਰਦੇ ਆ, ਕਈ ਆਊਟਵਰਡ ਕਰਦੇ ਆ। so for the beginner it should be like a straight hammer curl, that's it। and never involve your shoulders। ਕਦੇ ਵੀ ਜੇ ਤੁਹਾਨੂੰ ਲੱਗੇ ਸ਼ੋਲਡਰ ਦੀ ਮੂਵਮੈਂਟ ਆ ਰਹੀ ਹੈ, weight ਡ੍ਰੌਪ ਕਰੋ, ਐਂਡ ਜੇ ਤੁਹਾਨੂੰ ਫੇਰ ਵੀ ਲੱਗ ਰਿਹਾ ਤੁਹਾਡੇ ਸ਼ੋਲਡਰਸ ਮੂਵ ਕਰ ਰਹੇ ਹਨ, ਟਰਾਈ ਇਟ ਵਿਦ ਅ ਨਾਰਮਲ ਨਿਊਟਰਲ ਹੈਂਡ, ਲਾਈਕ ਨਾਰਮਲ ਇਹਨੂੰ ਮੂਵ ਕਰਕੇ ਦੇਖੋ ਕਿ ਤੁਹਾਨੂੰ ਪਤਾ ਚੱਲੇ ਕਿ ਇਹ ਆਪਾਂ ਸਿਰਫ ਬਾਈਸੈਪ ਟ੍ਰੇਨ ਕਰ ਰਹੇ ਹਾਂ। ਸ਼ੋਲਡਰ ਤੇ ਸਟ੍ਰੈਂਥ ਨਹੀਂ ਜਾਣੀ ਚਾਹੀਦੀ, ਸਟ੍ਰੇਨ ਨਹੀਂ ਜਾਣਾ ਚਾਹੀਦਾ, ਕਿਉਂਕਿ ਜੇ ਆਪਾਂ ਸ਼ੋਲਡਰ ਤੇ ਸਟ੍ਰੇਨ ਪਾਵਾਂਗੇ ਤੁਹਾਡੇ ਬਾਈਸੈਪ ਤੋਂ ਸਟ੍ਰੈਸ ਹਟ ਗਿਆ, ਟੋਟਲ ਹਟ ਗਿਆ। ਕਰੈਕਟ। ਸੋ ਮੈਂ ਕਰਨ ਲੱਗਿਆ ਵਾਂ ਬੋਥ ਹੈਂਡਸ। ਯਾ। ਸੋ ਇੱਕ ਤੁਹਾਨੂੰ ਮੈਂ ਚੀਜ਼ ਦੱਸ ਦਿੰਦਾ, ਸਿੰਗਲ ਹੈਂਡ ਇਜ਼ ਈਜ਼ੀ, ਬੋਥ ਹੈਂਡਸ ਇਜ਼ ਡਿਫਿਕਲਟ, ਕਿਉਂਕਿ ਜਦੋਂ ਤੁਸੀਂ ਦੋਨੋਂ ਹੱਥ ਉੱਪਰ ਇਕੱਠੇ ਲੈ ਕੇ ਜਾਂਦੇ ਹੋ, ਅਗੇਨ ਤੁਹਾਡੀ ਸਟਰੈਂਥ ਜ਼ਿਆਦਾ ਲੱਗਦੀ ਹੈ। ਜੋ ਤੁਸੀਂ ਇੰਡੀਵਿਜੂਅਲੀ ਸਿੰਗਲ ਹੈਂਡ ਕਰਦੇ ਹੋ, ਤੁਹਾਡੀ ਰੈਸਟ ਮਿਲ ਜਾਂਦਾ ਦੂਸਰੀ ਬਾਜੂ ਨੂੰ, ਤਾਂ ਕਿ ਤੁਸੀਂ ਉਹਨੂੰ ਦੁਬਾਰਾ ਲਾਈਕ ਰੈਸਟ ਜਿੰਨਾ ਦੋਗੇ ਤੁਹਾਨੂੰ ਈਜ਼ੀਲੀ ਹੋ ਜਾਏਗਾ ਉਹਨੂੰ ਦੁਬਾਰਾ ਚੱਕਣਾ। ਸੋ ਬੋਥ ਹੈਂਡਸ ਤੁਸੀਂ ਕਰ ਸਕਦੇ ਹੋ, ਟਾਈਮ ਸੇਵ ਹੋਏਗਾ, ਬਟ ਇਟਸ ਅ ਬਿਟ ਡਿਫਿਕਲਟ। ਟਰਾਈ ਇਟ ਵਿਦ ਵਨ ਹੈਂਡ ਐਂਡ ਦੈਨ ਵਿਦ ਲਾਈਟਰ weight try it with both hands। ਸੋ ਬਾਈਸੈਪ ਦੀਆਂ ਸਾਡੀਆਂ 3 ਐਕਸਰਸਾਈਜ਼ਸ ਖਤਮ ਹੋ ਚੁੱਕੀਆਂ ਨੇ। ਸੋ ਹੁਣ ਅਸੀਂ ਸ਼ੁਰੂ ਕਰਨ ਲੱਗੇ ਹਾਂ ਟ੍ਰਾਈਸੈਪ। ਸੋ ਫਰਸਟ ਐਕਸਰਸਾਈਜ਼ ਅਸੀਂ ਕਰਨ ਲੱਗੇ ਹਾਂ ਰੋਪ ਐਕਸਟੈਂਸ਼ਨ। ਸੋ ਰੋਪ ਦਾ ਕੀ ਮਕਸਦ ਆ ਫॉर द ਬਿਗਨਰਸ, ਇਹਦੀ ਜੋ ਮੂਵਮੈਂਟ ਆ ਉਹ ਕੰਟਰੋਲ ਕੀਤੀ ਜਾ ਸਕਦੀ ਆ। ਕਈ ਵਾਰੀ ਬਿਗਨਰਸ ਕੀ ਕਰਦੇ ਆ, ਰੋਡ ਨੂੰ ਕੰਟਰੋਲ ਨਹੀਂ ਕਰ ਪਾਉਂਦੇ, ਰਾਈਟ। ਸੋ ਰੋਪ ਨੂੰ ਤੁਸੀਂ ਐ ਪ੍ਰੋਪਰ ਸਟ੍ਰੇਟ ਕੱਢ ਕੇ ਕੰਟਰੋਲ ਕਰ ਸਕਦੇ ਹੋ ਐਂਡ ਕੋਰ ਨੂੰ ਇਨਵੋਲਵ ਕਰਨਾ ਸਿੱਖ ਸਕਦੇ ਹੋ ਬੀਇੰਗ ਅ ਬਿਗਨਰ। ਸੋ ਲੈਟਸ ਡੂ ਦਿਸ ਅਭੀ। ਸੋ ਇਹਦੇ ਬਹੁਤ ਸਾਰੇ ਵੇਰੀਏਸ਼ਨਸ ਨੇ ਸਟੈਂਸ ਤੇ ਖੜਨ ਦੇ। ਸੋ ਬਿਗਨਰ ਕੀ ਕਰ ਸਕਦਾ, ਆਪਦੀ ਬੋਡੀ ਨੂੰ ਸਟੇਬਲ ਕਰਨ ਲਈ ਇੱਕ ਪੈਰ ਅੱਗੇ ਇੱਕ ਪੈਰ ਪਿੱਛੇ ਐਂਡ ਕੋਰ ਨੂੰ ਇਨਵੋਲਵ ਕਰ ਸਕਦਾ। ਕੋਰ ਇਨਵੋਲਵ ਕਰਕੇ ਬੈਕ ਸਟ੍ਰੇਟ ਐਂਡ ਤੁਸੀਂ ਸਾਰਾ ਜੋ ਦੇਖੋਗੇ weight ਕਿੱਥੇ ਆ, ਇਹਦੇ ਟ੍ਰਾਈਸੈਪਸ ਤੇ। ਟ੍ਰਾਈਸੈਪਸ ਨੇ ਇਹ ਚੀਜ਼ ਨੂੰ ਹੋਲਡ ਕੀਤਾ ਹੋਇਆ, ਰਾਈਟ? ਕਰੈਕਟ। ਸੋ ਮੈਂ ਹੁਣ weight ਘਟਾਉਂਗਾ ਕਿਉਂਕਿ ਮੈਂ ਆਲਮੋਸਟ 15 ਰੈਪੀਟੀਸ਼ਨਸ ਕਰਨੇ। सो आई इमीडिएटली 2 रेपिटेशन करके मुझे पता लग गया कि मैं 15 रेपिटेशन विद द राइट फॉर्म में नहीं कर पाऊंगा, सो वेट मैं घटा लिया। वेरी गुड टिप फॉर बिगिनर्स कि वेट हमेशा घटा लो, कदे भी ज्यादा हैवी ना लिफ्ट करो, रेपिटेशन खराब होंगे। करेक्ट। ऑलराइट, सो एक पैर आगे, बैक स्ट्रेट, बैक स्ट्रेट, गुड। एंड एल्बोस में थोड़ी आगे कीती है, तुसी एल्बो नाल भी रख सकते हो, बट एल्बोस आगे रखोगे तो प्रॉपर प्रेशर ट्राइसेप पे आ जाएगा। यस। सो ਇੱਥੇ ਤੁਸੀਂ ਐਲਬੋ ਲੌਕ ਕਰਨੀ ਹੈ, ਤੁਹਾਡੀ ਐਲਬੋ ਮੂਵ ਨਹੀਂ ਹੋਣੀ ਚਾਹੀਦੀ ਅੱਗੇ ਪਿੱਛੇ। straight down and squeeze your tricep, मतलब ਤੁਸੀਂ ਪ੍ਰੋਪਰ ਥੱਲੇ ਲੈ ਕੇ ਜਾਓ tricep and ਥੱਲੇ ਜਾ ਕੇ ਹੋਲਡ ਕਰੋ। ਜੇ ਹੋਲਡ ਨਹੀਂ ਕਰ ਰਹੇ ਤਾਂ ਤੁਸੀਂ ਪ੍ਰੈਸ਼ਰ ਇੱਕ ਆਪਦੇ tricep ਤੇ ਕ੍ਰੀਏਟ ਨਹੀਂ ਕਰ ਰਹੇ। ਸੀ tricep ਦੀਆਂ ਤਿੰਨ ਮਸਲਸ ਹੁੰਦੇ ਨੇ,
long head, short head and medial. So ਇਹ ਜੋ exercise ਆ more of like short head and ਇਹ cover ਕਰਦੀ ਹੈ medial. So beginner ਤੁਸੀਂ endurance training ਤੇ ਜ਼ਿਆਦਾ focus ਕਰੋ rather than like strength training. Endurance ਦੇ ਵਿੱਚ ਤੁਸੀਂ repetition ਲਾਉਣੇ ਹੁੰਦੇ ਆ ਹਰ set ਦੇ ਵਿੱਚ 20 to 25 repetitions. So beginner ਜ਼ਿਆਦਾਤਰ endurance training ਹੀ ਕਰੇ, that is better. And ਉਹਨਾਂ ਦਾ ਜ਼ਿਆਦਾ stability ਰਹੇਗੀ ਆਪਣੀ movements ਤੇ weight ਬਿਲਕੁਲ ਲਾਈਟ ਚ। ਬਿਗਨਰਸ ਲਈ ਸਹੀ ਫਾਰਮ ਸਿੱਖਣਾ ਬਹੁਤ ਜ਼ਰੂਰੀ ਹੈ। ਜਦੋਂ ਤੁਸੀਂ ਸਹੀ ਫਾਰਮ ਨਹੀਂ ਸਿੱਖ ਸਕਦੇ, ਤੁਸੀਂ ਬਿਨਾਂ ਸਹੀ ਫਾਰਮ ਸਿੱਖ ਕੇ ਹੈਵੀ ਚੱਕਣਾ ਸ਼ੁਰੂ ਕਰ ਦਿਓ, ਉਹ ਇੰਜਰੀ ਨੂੰ ਬਹੁਤ ਚਾਂਸਸ ਹੁੰਦੇ ਇੰਜਰੀ ਨੂੰ ਕਾਜ਼ ਕਰੇ। ਮੇਨ ਫੋਕਸ ਓਵਰ ਹੇਅਰ ਇਜ਼ ਦ weight is controlled, ਕਿ ਆਪਾਂ ਜਿਹਨੂੰ ਨੀਚੇ ਵੀ ਲੈ ਕੇ ਜਾ ਰਹੇ ਹਾਂ ਉਹ ਕੰਟਰੋਲਡ ਹੈ, ਉੱਪਰ ਵੀ ਛੱਡ ਰਹੇ ਤਾਂ ਵੀ ਕੰਟਰੋਲਡ ਹੈ। ਆਪਾਂ ਉਹਨੂੰ ਜਸਟ ਸ਼ੈਲੋ ਰੈਪਸ ਨਹੀਂ ਕਰ ਰਹੇ ਕਿ ਸਿਰਫ एक्सरसाइज करनी है, एक्सरसाइज पूरी करने लिए एक्सरसाइज करनी है। बिल्कुल एक ना कई पोजीशंस ने ਦੀਆਂ डिफरेंट पोजीशंस, कई स्ट्रेट ਖੜ ਕੇ ਐਦਾਂ ਐਕਸਰਸਾਈਜ਼ ਲਾਉਂਦੇ ਨੇ, ਰਾਈਟ। ਸੋ ਇਹਦੇ ਚ ਕੋਈ ਗਲਤ ਨਹੀਂ ਹੈ, ਬਟ ਇਹਦੇ ਚ ਆਏ ਆ ਕਿ ਤੁਹਾਡਾ ਜਿਹੜਾ ਟ੍ਰਾਈਸੈਪ ਤੇ ਸਟ੍ਰੇਨ ਆ ਉਹ 20% 15% ਘੱਟ ਆਉਂਦਾ, ਰਾਈਟ। ਸੋ ਇਹਦੇ ਚ ਮੇਰਾ ਜ਼ਿਆਦਾਤਰ ਸ਼ੋਲਡਰ ਅਪ ਰਹਿਣਗੇ, ਲਾਈਕ ਇਦਾਂ ਮੈਂ ਸ਼ੋਲਡਰ ਨਾਲ ਕੰਟਰੋਲ ਕਰੂੰਗਾ, ਟ੍ਰਾਈਸੈਪ ਨੂੰ ਟ੍ਰਾਈਸੈਪ ਪਿੱਛੇ ਰੱਖੂੰਗਾ, ਦੈਨ ਸਕਵੀਜ਼ ਕਰੂੰਗਾ। There again this is a variation, there are lot of variations। ਆਪਾਂ ਇਹਦੇ ਨਾਲ ਹੀ ਖੜੇ ਹੋ ਕੇ 4 ਤੋਂ 5 ਵੇਰੀਏਸ਼ਨ ਕਰ ਸਕਦੇ ਹਾਂ, ਬਟ ਦਾ ਪਹਿਲਾਂ ਜਿਹੜਾ ਅਸੀਂ ਤੁਹਾਨੂੰ ਦੱਸਿਆ ਉਹ ਬਿਗਨਰ ਲਈ ਓਕੇ ਆ, ਬਿਗਨਰ ਲਈ ਈਜ਼ੀ ਆ ਕੰਟਰੋਲ ਕਰਨਾ ਆਪਦੀ ਮੂਵਮੈਂਟ ਨੂੰ ਐਂਡ ਸਿੱਖਣਾ। ਇੱਕ ਚੀਜ਼ ਮੈਂ ਇਹ ਪੁਆਇੰਟ ਆਊਟ ਕਰਨਾ ਚਾਹੂੰਗਾ ਕਿ ਜਦੋਂ ਵੀ ਆਪਾਂ ਇਹਨੂੰ ਪਰਫਾਰਮ ਕਰਦੇ ਹਾਂ, ਐਨੀ ਨਿਊ ਪਰਸਨ ਇਜ਼ ਪਰਫਾਰਮਿੰਗ ਇਟ, ਤਾਂ ਬੇਸਿਕਲੀ ਗਰਲਸ ਔਰ ਐਨੀ ਗਾਈ ਆਲਸੋ, ਤਾਂ ਉਹਨੂੰ ਆਪਾਂ ਜਦੋਂ ਵੀ ਉਹਨੂੰ ਪਰਫਾਰਮ ਕਰਦੇ ਹਾਂ, ਸੋ shoulders come up like this, shoulders up के आंदे straight। तो अब ये चीज ਆਪਾਂ ਨਹੀਂ ਕਰਨੀ, ਆਪਾਂ ਕੋਸ਼ਿਸ਼ ਇਹ ਕਰਨੀ ਹੈ ਕਿ ਜੇ shoulders ਤੁਹਾਡੇ ਅੱਗੇ ਜਾ ਰਹੇ ਹੈ ਤੇ back ਹਿਲ ਰਹੀ ਹੈ, ਤੁਹਾਡਾ strain ਸਾਰਾ tricep ਤੋਂ ਹਟ ਕੇ ਤੁਹਾਡੇ back ਤੇ ਜਾ ਰਿਹਾ ਹੈ। ਸੋ ਬੇਸਿਕਲੀ ਇਹ ਮੂਵਮੈਂਟ ਦੇ ਨਾਲ ਸਰਵਾਈਕਲ ਇਸ਼ੂਜ਼ ਵੀ ਬਣਨ ਦੇ ਚਾਂਸਸ ਹੁੰਦੇ ਨੇ, like this। ਯੈਸ। ਸੋ ਤੁਸੀਂ ਇੱਕ ਚੀਜ਼ ਦੇਖੋ, ਕੋਈ ਵੀ ਮੂਵਮੈਂਟ ਲਾਉਣੇ ਨਾ, ਜਿੰਨਾ ਟਾਈਮ ਤੁਸੀਂ ਉਹਦੇ ਬੇਸਿਕਸ ਕਲੀਅਰ ਨਹੀਂ ਕਰਦੇ ਤਾਂ ਤੁਹਾਨੂੰ ਉਹ ਮੂਵਮੈਂਟ ਲਾਉਣ ਦਾ ਕੋਈ ਫਾਇਦਾ ਨਹੀਂ ਹੈਗਾ। So instead of doing this, ਇਹਨੂੰ weight ਘਟਾਓ, ਥੋੜਾ ਕੋਲ ਆ ਜਾਓ, elbows ਥੋੜੇ ਨੀਚੇ ਰਿਟਰੈਕਟ ਕਰ ਲਓ and slow ਇਹਨੂੰ ਕੰਟਰੈਕਟ ਕਰੋ, feel the muscle। ਸੋ ਜਿੰਨਾ ਟਾਈਮ ਤੁਸੀਂ ਆਰਮ ਸਟ੍ਰੇਟ ਕਰਕੇ ਮਸਲ ਨੂੰ ਸਕੁਈਜ਼ ਨਹੀਂ ਕਰਦੇ, ਉਨਾ ਟਾਈਮ ਤੁਹਾਨੂੰ ਪਤਾ ਨਹੀਂ ਲੱਗੇਗਾ ਕਿ ਤੁਸੀਂ ਮੂਵਮੈਂਟ ਕੀ ਕਰ ਰਹੇ ਹੋ। ਸੋ ਤੁਹਾਨੂੰ ਨੀਚੇ ਆ ਕੇ ਇਹ ਚੀਜ਼ ਨੂੰ ਹੋਲਡ ਕਰਨਾ ਬਹੁਤ ਜ਼ਰੂਰੀ ਆ। ਜੇ ਤੁਸੀਂ ਹੋਲਡ ਨਹੀਂ ਕਰੋਗੇ ਤਾਂ ਤੁਹਾਡਾ ਪ੍ਰੋਪਰ ਟ੍ਰਾਈਸੈਪ ਪੰਪ ਨਹੀਂ ਹੋਏਗਾ ਐਂਡ ਤੁਹਾਨੂੰ ਪਤਾ ਨਹੀਂ ਲੱਗੇਗਾ ਕਿ ਸਾਡਾ ਐਕਚੁਅਲ ਚ ਮੂਵਮੈਂਟ ਜੋ ਸੀਗੀ ਕਿਹੜੇ ਮਸਲ ਦੀ ਸੀ ਐਂਡ ਕਿਹੜੇ ਤੁਹਾਡੇ ਸ਼ਾਰਟ ਹੈਡ ਦੀ ਸੀ, ਲੌਂਗ ਦੀ ਸੀ ਜਾਂ ਮੀਡੀਅਲ ਦੀ। ਜੋ ਤੁਸੀਂ ਲਾਉਂਗੇ ਨਾ ਤੁਹਾਨੂੰ ਆਪ ਨਹੀਂ ਪਤਾ ਚੱਲੇਗਾ, ਅੱਛਾ ਸੋ ਦਿਸ ਇਜ਼ ਫॉर द ਸ਼ਾਰਟ ਹੈਡ ਔਰ ਦਿਸ ਇਜ਼ ਫॉर द ਲੌਂਗ ਹੈਡ। ਸੋ ਤੁਹਾਨੂੰ ਆਪ ਨੂੰ ਇਹ ਚੀਜ਼ ਪਤਾ ਲੱਗਣ ਲੱਗ ਜਾਏਗੀ ਕਿ ਇਹ ਐਕਸਰਸਾਈਜ਼ ਇਹ ਮਸਲ ਲਈ ਆ। ਮੇਰਾ ਕੁਐਸਚਨ ਹੈ ਤੁਹਾਡੇ ਲਈ ਗੈਰੀ, ਯੈਸ, ਮੈਨੂੰ ਦੱਸੋ ਕਿ ਆਪਾਂ ਕਿੱਦਾਂ ਬਾਈਫਰਕੇਟ ਕਰ ਸਕਦੇ ਹਾਂ ਕਿ ਇਹ ਹੁਣ ਆਪਾਂ ਲੌਂਗ ਹੈਡ ਲਈ ਕਰ ਰਹੇ ਤੇ ਇਹ ਹੁਣ ਆਪਾਂ ਸ਼ਾਰਟ ਹੈਡ ਲਈ ਕਰ ਰਹੇ ਹਾਂ। ਹਾਊ ਵੀ ਵਿਲ ਡਿਫਰੈਂਸ਼ੀਏਟ ਦ ਮੂਵਮੈਂਟਸ ਆਫ ਟ੍ਰਾਈਸੈਪ, मतलब how will differentiate the exercise कि ਉਹਨੇ short head ਨੂੰ target ਕਰ ਰਹੀ, ਉਹਨੇ long head ਨੂੰ target ਕਰ ਰਹੀ ਹੈ। ਸੋ ਇਸ ਤੋਂ ਪਹਿਲਾਂ ਮੈਂ ਇੱਕ ਚੀਜ਼ ਹੋਰ ਐਡ ਆਨ ਕਰਦਾ ਇਹਦੇ ਚ। ਕਈ ਕਲਾਇੰਟਸ ਕਹਿੰਦੇ ਆ ਕਿ ਮੇਰਾ ਸ਼ਾਰਟ ਹੈਡ ਬਹੁਤ ਛੋਟਾ, ਕਈ ਕਹਿੰਦੇ ਆ ਕਿ ਮੇਰਾ ਲੌਂਗ ਹੈਡ ਬਹੁਤ ਛੋਟਾ, ਠੀਕ ਹੈ। ਕਈਆਂ ਦਾ ਟ੍ਰਾਈਸੈਪ ਬਹੁਤ ਵੱਡਾ ਹੁੰਦਾ ਤੇ ਐਜ਼ ਕੰਪੈਰੀਜ਼ਨ ਟੂ ਬਾਈਸੈਪ। ਥੀਸ ਆਲ ਆਰ ਜੈਨੇਟਿਕਸ, ਯਾ, ਠੀਕ ਹੈ। ਸੋ ਤੁਹਾਡੇ ਮਸਲ ਦੀ ਕਿਵੇਂ ਫਾਰਮੇਸ਼ਨ ਗਰੋ ਕਰਦੀ ਆ, ਸੋ ਉਹ ਤੁਹਾਡੇ ਜੈਨੇਟਿਕਸ ਤੇ ਆਉਂਦਾ ਵਾ, ਨਾ ਕਿ ਤੁਹਾਡੀ ਐਕਸਰਸਾਈਜ਼ ਕਰਨ ਤੇ, ਨਾ ਕਿ ਤੁਹਾਡੇ ਰੈਪੀਟੀਸ਼ਨਸ ਵਧਾਉਣ ਤੇ, ਨਾ ਹੀ ਤੁਹਾਡੀ ਵੇਰੀਏਸ਼ਨਸ ਐਡ ਆਨ ਕਰਨ ਤੇ। ਐਗਜ਼ੈਕਟਲੀ। ਹੁਣ ਅਸੀਂ ਸੈਕਿੰਡ ਐਕਸਰਸਾਈਜ਼ ਪਰਫਾਰਮ ਕਰਾਂਗੇ ਵਿਚ ਇਜ਼ ਅਗੇਨ ਵਿਦ ਦ ਰੋਪ। ਆਪਣੀ ਪੋਜੀਸ਼ਨ ਤੇ ਲੈ ਕੇ ਆਉਣਾ। ਸੋ ਮੈਂ ਆਪਦੀ ਆਹ ਪੋਜੀਸ਼ਨ ਤੇ ਰੱਖਦਾ, ਅਭੀ ਇੱਥੇ ਰੱਖਦਾ। ਸੋ ਇਹਦੇ ਵਿੱਚ ਕਾਫੀ ਲੋਕ ਕੀ ਗਲਤੀ ਕਰਦੇ ਆ, ਆਪਦੀ ਬੋਡੀ ਨੂੰ ਬਿਲਕੁਲ ਨੀਚੇ ਲੈ ਜਾਂਦੇ ਆ, ਲੈ ਕੇ ਜਾਈਂ ਅਭੀ ਥੱਲੇ, ਬਿਲਕੁਲ ਨੀਚੇ ਲਿਜਾ ਕੇ ਹੈਡ ਥੱਲੇ ਕਰ ਲੈਣਗੇ ਐਂਡ ਇੱਥੋਂ ਹੀ ਪਰਫਾਰਮ ਕਰੀ ਜਾਂਦੇ ਹੁੰਦੇ ਆ ਐਂਡ ਦੈਨ ਅਪ ਇੱਥੇ ਕਰੀ, ਲਾਈਕ ਇਹ ਹਾਫ ਮੂਵਮੈਂਟ ਆ ਐਂਡ ਦਿਸ ਇਜ਼ ਅ ਰੋਂਗ ਮੂਵਮੈਂਟ। ਸੋ ਦਿਸ ਇਜ਼ ਅ ਰੋਂਗ ਮੂਵਮੈਂਟ। ਸੋ ਐਕਚੁਅਲ ਹਾਊ ਯੂ ਹੈਵ ਟੂ ਡੂ ਇਜ਼ ਦਿਸ, ਬਿਲਕੁਲ ਸਟ੍ਰੇਟ ਕਰੋ, ਥੋੜੀ ਬੋਡੀ ਨੂੰ ਬੈਂਡ ਕਰੋ, ਬੈਕ ਸਟ੍ਰੇਟ ਹੋਣੀ ਚਾਹੀਦੀ ਹੈ, ਕੋਰ ਇਨਵੋਲਵ ਹੋਣੀ ਚਾਹੀਦੀ ਹੈ। ਜੇ ਇਹ ਦੋਨੇ ਚੀਜ਼ਾਂ ਤੁਸੀਂ ਇਨਵੋਲਵ ਨਹੀਂ ਕੀਤੀਆਂ, ਤੁਸੀਂ ਇਹ ਐਕਸਰਸਾਈਜ਼ ਪਰਫਾਰਮ ਨਹੀਂ ਕਰ ਪਾਓਗੇ। ਸਟ੍ਰੇਟ ਰੱਖੋ ਫੇਸ, ਅਭੀ ਲੁੱਕ ਅਪ, ਥੋੜਾ ਡਾਊਨ, ਦੈਨ ਆ ਐਲਬੋ ਤੁਸੀਂ ਫਿਕਸ ਰੱਖਣੀ ਹੈ, ਐਲਬੋ ਲੌਕ ਰੱਖਣੀ ਹੈ। ਸੋ ਇਹਦੇ ਤੁਸੀਂ ਆਪਦੀ
ਐਲਬੋਜ਼ ਲੌਕ ਰੱਖਣੀਆਂ ਨੇ ਫਸਟ, ਠੀਕ ਹੈ। ਫੇਸ ਤੁਸੀਂ ਬਿਲਕੁਲ ਅਪ ਰੱਖ ਸਕਦੇ ਹੋ, ਬਿਲਕੁਲ ਨੀਚੇ ਵੀ ਦੇਖ ਸਕਦੇ ਹੋ, ਬਟ ਐਲਬੋਜ਼ ਸ਼ੁੱਡ ਬੀ ਫਿਕਸ। ਸੋ ਇਹ ਐਕਸਰਸਾਈਜ਼ ਬੇਸਿਕਲੀ ਹੈਗੀ ਆ ਲੌਂਗ ਹੈਡ ਦੀ। ਕਾਫੀ ਟ੍ਰੇਨਰਸ ਸਾਨੂੰ ਆਈ ਕਹਿਣਗੇ ਸੋ ਦਿਸ ਇਜ਼ actually wrong. So there is no tricep for like exercise for the long head, short head, medial. So ਕਾਫੀ ਇਹ ਤੁਹਾਨੂੰ ਕੋਚ ਨਾ ਬੇਵਕੂਫ ਬਣਾਉਂਦੇ ਨੇ ਕਿ ਆਹ ਐਕਸਰਸਾਈਜ਼ ਲਗਾਓ ਸਰ ਤੁਹਾਡਾ ਲੌਂਗ ਹੈਡ ਵਧੇਗਾ, ਆਹ ਐਕਸਰਸਾਈਜ਼ ਲਗਾਓ ਸ਼ਾਰਟ ਹੈਡ ਵਧੇਗਾ। ਸੋ ਤੁਹਾਡਾ ਟ੍ਰਾਈਸੈਪ ਪੂਰਾ ਇਨਵੋਲਵ ਹੋ ਰਿਹਾ ਇਹ ਐਕਸਰਸਾਈਜ਼, ਲੌਂਗ ਵੀ ਹੋ ਰਿਹਾ, ਮੀਡੀਅਲ ਵੀ ਹੋ ਰਿਹਾ, ਸ਼ਾਰਟ ਵੀ ਹੋ ਰਿਹਾ। ਸੋ ਯੂ ਹੈਵ ਟੂ ਸੀ ਕਿ ਤੁਹਾਨੂੰ ਕਿੱਥੇ ਜ਼ਿਆਦਾ ਪ੍ਰੈਸ਼ਰ ਆ ਰਿਹਾ, ਕਿਹੜੀ ਐਕਸਰਸਾਈਜ਼ 'ਚ ਕਿਹੜਾ ਮਸਲ ਜ਼ਿਆਦਾ ਯੂਜ਼ ਹੋ ਰਿਹਾ। 19-21 ਦਾ ਫਰਕ ਆ ਮਸਲ ਜ਼ਿਆਦਾਤਰ ਯੂਜ਼ ਹੋਣ ਲਈ। ਲਾਈਕ ਜਿਵੇਂ ਤੁਸੀਂ ਓਵਰਹੈਡ ਲਾ ਰਹੇ ਹੋ, ਤੁਹਾਡਾ ਇਹਦੇ ਮਤਲਬ ਲੌਂਗ ਹੈਡ ਤੇ 60% ਯੂਜ਼ ਆਏਗਾ, ਲੇਕਿਨ 40% ਦੂਸਰੇ ਤੇ ਆਏਗਾ। ਸੋ ਇਹ ਐਕਸਰਸਾਈਜ਼ ਫॉर द ऑल 3 ट्राइसेप ਮਸਲਸ ਲਈ ਆ। ਬੜੇ ਲੋਕੀ ਹਾਫ ਰੇਂਜ ਆਫ ਮੋਸ਼ਨ ਪਰਫਾਰਮ ਕਰਦੇ ਆ, ਲਾਈਕ ਇੱਥੇ ਲੈ ਕੇ ਜਾਣਗੇ ਐਂਡ ਅੱਗੇ, ਇੱਥੇ ਲੈ ਕੇ ਜਾਣਗੇ ਐਂਡ ਅੱਗੇ। ਬਟ ਇਫ ਯੂ ਨੋਟਿਸ ਮਾਈ ਟ੍ਰਾਈਸੈਪ, मैं जो ਇੱਥੇ ਲੈ ਕੇ ਜਾਊਂਗਾ ਐਂਡ ਪੂਰਾ ਪਿੱਛੇ ਲੈ ਕੇ ਜਾ ਰਹੇ ਹਾਂ ਤਾਂ ਪੂਰਾ ਟ੍ਰਾਈਸੈਪ ਸਟ੍ਰੈਚ ਹੋ ਰਿਹਾ ਹੈ। ਕਰੈਕਟ। ਐਂਡ ਫਿਰ ਪੂਰਾ ਇੱਥੇ ਕੰਟਰੈਕਟ ਹੋ ਰਿਹਾ ਹੈ। ਸੋ ਰੇਂਜ ਆਫ ਮੋਸ਼ਨ ਸ਼ੁੱਡ ਬੀ ਪੂਰਾ ਆਲ ਦ ਵੇ ਡਾਊਨ ਐਂਡ ਆਲ ਦ ਵੇ ਅਪ। ਕਰੈਕਟ। ਸੋ ਸਾਡੇ ਹੁਣ 3 ਸੈਟ ਹੋ ਚੁੱਕੇ ਨੇ। ਸੋ ਹੁਣ ਅਸੀਂ ਤੀਸਰੀ ਐਕਸਰਸਾਈਜ਼ ਪਰਫਾਰਮ ਕਰਨ ਲੱਗੇ ਹਾਂ, ਦੈਟ ਇਜ਼ ਰਿਵਰਸ ਟ੍ਰਾਈਸੈਪ ਐਕਸਟੈਂਸ਼ਨ। ਸੋ ਇਹਦੇ ਵਿੱਚ ਸੇਮ ਬਿਗਨਰ ਨੇ ਕੀ ਕਰਨਾ, ਬੈਕ ਸਟ੍ਰੇਟ, ਬੈਕ ਬਿਲਕੁਲ ਸਟ੍ਰੇਟ, core involved, and focus on holding the elbow. ਤੁਸੀਂ elbow ਨੂੰ lock ਰੱਖਣਾ ਇੱਕ ਜਗ੍ਹਾ ਤੇ, strong grip ਰੱਖਣਾ of the pulley ਤੇ, and then strain. Full range of motion, full stretch of tricep muscles. Squeeze and hold. Holding is very important. Again, ਇਹ ਤੁਹਾਡੀ exercise medial ਮਸਲ ਲਈ ਆ। ਦਿਸ ਇਜ਼ ਬੁਲਸ਼ਿਟ। ਟ੍ਰਾਈਸੈਪ ਚ ਕੋਈ ਐਕਸਰਸਾਈਜ਼ ਏਦਾਂ ਦੀ ਨਹੀਂ ਹੈ ਕਿ ਜਿਹੜੀ ਤੁਹਾਡੀ ਲੌਂਗ ਹੈਡ ਵਧਾ ਦੂਗੀ, ਮੀਡੀਅਲ ਵਧਾ ਦੂਗੀ ਜਾਂ ਲੇਟਰ ਸ਼ਾਰਟ ਹੈਡ ਵਧਾ ਦੂਗੀ। ਟ੍ਰਾਈਸੈਪ ਚ ਹਮੇਸ਼ਾ ਐਕਸਰਸਾਈਜ਼ ਤਿੰਨੋਂ ਐਂਗਲ ਕਵਰ ਕਰਦੀ ਹੈ। ਲਾਈਕ ਤੁਸੀਂ ਨੋਟਿਸ ਕੀਤਾ ਹੋਣਾ, ਸੋ ਮੈਨੀ ਦੇयर इज अ कंफ्यूजन इन द मार्केट एंड कंफ्यूजन इन द पब्लिक कि ਜਦੋਂ ਆਪਾਂ ਬਾਈਸੈਪ ट्रेन करते हैं तो कहते हैं अच्छा ये हमारा शॉर्ट हेड ट्रेन करेगी, ये हमारा लॉन्ग हेड ट्रेन करेगी, क्योंकि देयर आर 2 heads. Bicep is 2 heads and like just the tricep. तो बहुत जरूरी है कि ਜਦੋਂ ਆਪਾਂ ਇਹਨੂੰ ਕੋਈ ਵੀ ਐਕਸਰਸਾਈਜ਼ ਕਰ ਰਹੇ ਹੋ, रेंज ऑफ मोशन तो यही रहेगा। एनाटॉमी तो हमारी बॉडी की इतनी अलाउ कर रही है। बिल्कुल सेम इन द लाइक चेस्ट। कई लोग मुझे आके कहते हैं कि सर मेरी इंक्लाइन बहुत वीक है, सो हमें आज इंक्लाइन पे वर्क करना है। सो इंक्लाइन पे वर्क हो ही नहीं सकता। आई एम डूइंग अनदर वेरिएशन ऑफ रिवर्स ट्राइसेप एक्सटेंशन। तो मैं शोल्डर्स नाल ऑफ द प्रॉपर बाइसेप ते ट्राइसेप होल्ड रखा होया। So मैं ਆਪਦੀ बैक straight, core involve and straight down. So ਇਹਦੇ ਚ ਕੀ ਕਰ ਰਿਹਾ ਮੈਂ, मूवमेंट सेम ਆ, ਬਸ ਇੱਕ ਚੀਜ਼ ਦਾ ਫਰਕ ਆ, ਮੈਂ straight ਖੜਾ ਸੀ, ਅਭੀ ਏਦਾਂ ਖੜਾ ਸੀ। Yes. So ਮੈਂ ਇਸ ਤਰ੍ਹਾਂ ਖੜਾ, ਅਭੀ ਇਸ ਤਰ੍ਹਾਂ ਸੀਗਾ। So मूवमेंट ਕਿਵੇਂ ਵੀ ਹੋ ਸਕਦੀ ਹੈ, ਬਟ ਤੁਹਾਡੀ elbows ਦੀ, arms ਦੀ मूवमेंट ਚੇਂਜ ਨਹੀਂ ਹੋ ਸਕਦੀ। ਜੇ ਮੈਂ ਐਂ ਵੀ ਲਾ ਰਿਹਾ ਸੋ ਮੈਂ ਆਪਦੀ ਮੂਵਮੈਂਟ ਸੇਮ ਰੱਖੂੰਗਾ। ਜੇ ਮੈਂ ਐਂ ਵੀ ਲਾ ਰਿਹਾ, ਮੈਂ ਆਰਮਸ ਦੀ ਮੂਵਮੈਂਟ ਸੇਮ ਰੱਖੂੰਗਾ। ਸੋ ਮੈਂ ਕਿਤੇ ਵੀ ਕਿਵੇਂ ਵੀ ਲਾਵਾਂ, ਜਿਵੇਂ ਮੈਂ ਕੰਫਰਟੇਬਲ ਹਾਂ, ਜੇ ਮੈਂ ਇਦਾਂ ਵੀ ਲਾ ਰਿਹਾ ਸੋ ਮੇਰੀ ਆਰਮਸ ਦੀ ਮੂਵਮੈਂਟ ਸੇਮ ਆ। ਸੋ ਆਰਮਸ ਦੀ ਮੂਵਮੈਂਟ ਤੁਸੀਂ ਬੇਸਿਕ ਸਿੱਖੋ ਕਿ ਕਿੱਥੇ ਰੱਖਣੀ ਆ ਤੇ ਕਿਵੇਂ ਕੰਟਰੋਲ ਕਰਨਾ। ਅਦਰ ਦੈਨ ਇਜ਼ ਅ ਵੇਰੀਏਸ਼ਨਸ। ਜੋ ਤੁਸੀਂ ਜ਼ਿਆਦਾ ਹੈਵੀ ਤੇ ਜਾਂਦੇ ਹੋ, ਫॉर ਐਗਜ਼ਾਮਪਲ ਤੁਸੀਂ ਹੈਵੀ weight ਤੇ ਜਾ ਰਹੇ ਹੋ, ਤੁਹਾਡੀ ਬੋਡੀ ਆਟੋਮੈਟਿਕਲੀ ਇਹ ਪੋਜੀਸ਼ਨ ਤੇ ਆ ਜਾਏਗੀ, ਬਿਕਾਜ਼ ਤੁਸੀਂ ਇਹ ਚੀਜ਼ ਨੂੰ ਹੋਲਡ ਕਰਨਾ। ਜੋ ਤੁਸੀਂ ਲਾਈਟ weight ਤੇ ਹੋ, ਤੁਸੀਂ ਸਟ੍ਰੇਟ ਖੜੇ ਹੋ ਕੇ ਪ੍ਰੋਪਰ ਐਕਸਰਸਾਈਜ਼ ਕਰ ਸਕਦੇ ਹੋ, ਲਾਈਕ ਆਏ ਪ੍ਰੋਪਰ ਕਰ ਸਕਦੇ ਹੋ, ਕੋਈ ਦਿੱਕਤ ਨਹੀਂ ਹੈ। ਬਟ ਜੇ ਹੀ ਮੈਂ weight ਹੈਵੀ ਪਾ ਕੇ ਆਏ ਕਰੂੰਗਾ ਸੋ ਮੇਰੇ ਲਈ ਉਹ ਖੜਨਾ ਔਖਾ। ਸੋ ਬੀਇੰਗ ਅ ਬਿਗਨਰ ਤੁਸੀਂ ਆਰਾਮ ਨਾਲ ਐਕਸਰਸਾਈਜ਼ ਸਟ੍ਰੇਟ ਖੜੇ ਹੋ ਕੇ ਵੀ ਲਾ ਸਕਦੇ ਹੋ। ਜਿਵੇਂ ਅਭੀ ਨੇ ਦੱਸਿਆ ਵਾ, ਥੋੜਾ ਬੈਂਡ ਹੋ ਕੇ ਕੋਰ ਨੂੰ ਇਨਵੋਲਵ ਕਰਕੇ ਬੈਕ ਸਟ੍ਰੇਟ ਰੱਖ ਕੇ ਲਾਉਣੀ ਹੈ, ਸੋ ਮੈਂ ਵੀ ਰੱਖ ਸਕਦੇ ਹੋ। So let's perform 3 sets. Each variation is right. Yes. According to your mobility. कि ਤੁਹਾਡੇ shoulder and lats से stress ना ਹੋਵੇ। Yes. So basically tricep ਜਦੋਂ ਲਾਉਨੇ ਹੋ, ਸੋ tricep ਤੇ ਆਉਣਾ ਚਾਹੀਦਾ, ਨਾ ਕਿ ਤੁਹਾਡੀ back ਤੇ ਤੁਹਾਡੇ ਬਾਕੀ muscles pump ਹੋਈ ਜਾਣ। So this is more comfortable to me. मैं ਹੁਣ ਏਦਾਂ ਕਰਕੇ ਵੀ ਲਾ ਸਕਦਾ, but I am more comfortable a little back.
Yes. and this. 1, So primary focus देखो थोड़ा tricep ਤੇ ਆ ਰਿਹਾ 3, 4. Perfect. So 10 set हो चुके हैं on ਸਾਡੇ so ਸਾਡਾ ਅੱਜ ਦਾ tricep and bicep workout complete हो चुके हैं for the beginners. So how do you feel? I am feeling totally pumped up right now. My arms are still shivering because जो tempo ਆਪਾਂ use ਕੀਤਾ basic movements ही, but those basic movements hit all over the arms. Yes. So it is really effective. Very nice. So that's end of our workout today. So we are professionals, A certified. We performed how to do the exercise accurately for the beginners. So stay tuned for the next video and subscribe our channel. Thank you. So ਅਸੀਂ proper 5 videos ਬਣਾਈਆਂ ਨੇ for the beginners, part 1, part 2, part 3, part 4, part 5. If you're watching this video, the proper 5 parts देखो so that you will learn all about the full body workout.